ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾਵਾਲੀਆ ਸਵਾਗਤ ਕਰਦਾ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਸ਼ੋਅ ਦੇ ਵਿੱਚ। ਅੱਜ ਫਿਰ ਆਪਾਂ ਪੰਨੂ ਸਾਹਿਬ ਕੋਲੋਂ ਜਾਣਾਂਗੇ ਜੀ ਜੋ ਕੁਝ ਇਸ ਵਕਤ ਖਬਰਾਂ ਚੱਲ ਰਹੀਆਂ ਨੇ, ਅੱਗੇ ਪਿੱਛੇ ਉਹਨਾਂ ਦੇ ਸੱਚ ਕੀ ਆ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪੰਨੂ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਸ਼ੁਕਰੀਆ ਜੀ। ਪੰਨੂ ਸਾਹਿਬ, ਅਕਸਰ ਇਹ ਸੁਣਿਆ ਜਾਂਦਾ ਵੀ ਅਦਾਲਤਾਂ ਨੇ ਕਈ ਬੰਦਿਆਂ ਨੂੰ ਸਜ਼ਾ ਦੇਣ ਦਾ ਕਰਕੇ ਜਾਂ ਕਈਆਂ ਦੇ ਵੀ ਮੁਲਕ ਤੋਂ ਬਾਹਰ ਨਾ ਚਲੇ ਜਾਣ, ਪਾਸਪੋਰਟ ਆਪਣੇ ਕੋਲ ਰੱਖ ਲਿਆ ਜਾਂਦਾ। ਪਰ ਹੁਣ ਇੱਕ ਹਾਈ ਕੋਰਟ ਦਾ ਕਹਿੰਦੇ ਆਦੇਸ਼ ਆ ਜਿਹਦੇ 'ਚ ਇਹ ਕਿਹਾ ਗਿਆ ਵੀ ਕਿਸੇ ਵੀ ਕੇਸ ਦੇ ਵਿੱਚ ਜਿਹੜਾ ਪਾਸਪੋਰਟ ਹੈ ਉਹ ਸਰੈਂਡਰ ਨਹੀਂ ਕਰਵਾਇਆ ਜਾ ਸਕਦਾ। ਇਹ ਕੀ ਕੇਸ ਆ ਅਤੇ ਇਸ ਫੈਸਲੇ ਨੂੰ ਕਿਵੇਂ ਦੇਖਦੇ? ਦੇਖੋ, ਪਹਿਲਾਂ ਤਾਂ ਮੈਂ ਪਿਛਲੇ ਵਿਹਾਰ ਦੀ ਗੱਲ ਕਰਦਿਆਂ, ਉਹ ਵਿਹਾਰ ਇਹ ਆ ਕਿ ਜਿੱਥੇ ਕਿਸੇ ਕੋਈ ਕੇਸ ਚਲਾ ਜਾਂਦਾ, ਮੁੱਢਲੇ ਪੱਧਰ 'ਤੇ ਪੁਲਿਸ ਵਾਲਿਆਂ ਦੀ ਮਰਜ਼ੀ ਹੁੰਦੀ, ਫਲਾਨਾ ਬੰਦਾ ਇਹ ਬਾਹਰ ਨਾ ਭੱਜ ਜਾਂਦਾ, ਲਿਆ ਪਾਸਪੋਰਟ ਆਪਣਾ ਜਮ੍ਹਾਂ ਕਰਾ ਦੇ, ਜਮ੍ਹਾਂ ਕਰਕੇ ਰਸੀਦ ਦੇ ਦਿੰਦੇ ਆ ਜੀ। ਫਿਰ ਉਸ ਤੋਂ ਬਾਅਦ ਲੈਣ ਦੇਣ ਚੱਲਦਾ। ਇੱਕ ਫਤਿਹਗੜ੍ਹ ਸਾਹਿਬ ਦਾ ਕੇਸ ਸੀਗਾ, 2 ਸਾਲ ਪਹਿਲਾਂ ਹੋਇਆ। ਉਸ DSP ਦੀ ਨੌਕਰੀ ਖਤਰੇ 'ਚ ਪੈ ਗਈ ਸੀ, ਪਤਾ ਨਹੀਂ ਬਾਅਦ ਵਿੱਚ ਕੀ ਬਣਿਆ। ਉਹ ਇਹ ਸੀ ਕਿ ਇੱਕ ਬੰਦੇ ਦੇ ਕੇਸ ਦੇ ਉੱਤੇ ਅਦਾਲਤ ਵੱਲੋਂ ਪਾਬੰਦੀ ਲੱਗੀ ਸੀ ਕਿ ਵਿਦੇਸ਼ ਨਹੀਂ ਜਾ ਸਕਦਾ। ਉਹਦਾ ਪਾਸਪੋਰਟ ਰਖਾਇਆ ਸੀ, ਕਾਗਜ਼ਾਂ ਦੇ ਵਿੱਚ ਦੱਸੇ ਬਗੈਰ, ਕੋਈ ਐਂਟਰੀ ਕੀਤੇ ਬਗੈਰ ਉਹਨੂੰ ਪਾਸਪੋਰਟ ਦੇ ਦਿੱਤਾ। ਉਹ ਬਾਹਰੋਂ ਘੁੰਮ ਕੇ ਆ ਗਿਆ, ਦੂਜੀ ਪਾਰਟੀ ਨੂੰ ਪਤਾ ਲੱਗ ਗਿਆ, ਸ਼ਿਕਾਇਤ ਕਰ ਦਿੱਤੀ। ਫਿਰ ਪਾਸਪੋਰਟ ਪੇਸ਼ ਕੀਤਾ ਅਤੇ ਵਿਦੇਸ਼ ਦੌਰੇ ਵਾਲੀਆਂ ਐਂਟਰੀਆਂ ਦੇ ਜਿਹੜੇ ਅੱਗੇ ਸਨ ਕਾਗਜ਼, ਉਹ ਵਿੱਚੋਂ ਪੁੱਟ ਦਿੱਤੇ ਗਏ ਅਤੇ ਆਖਰ ਨਹੀਂ ਜੀ ਉਹ ਤਾਂ ਵਿਦੇਸ਼ ਗਿਆ ਹੀ ਨਹੀਂ। ਉਹ ਫੜਿਆ ਗਿਆ, ਪਤਾ ਲੱਗ ਗਿਆ ਕਿ DSP ਨੇ ਪੈਸੇ ਲੈ ਕੇ ਉਹਦਾ ਬਾਹਰ ਦਾ ਦੌਰਾ ਲਵਾਇਆ ਸੀ। ਅੱਛਾ, ਉਹ ਗਲਤ ਸੀ। ਦੂਸਰਾ ਇਹ ਆ ਕਿ ਸਾਡੀਆਂ ਅਦਾਲਤਾਂ ਦੇ ਕੋਲ ਅਜੇ ਤੱਕ ਇਹ ਅਧਿਕਾਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਵੇ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਹੋਵੇ, ਕੋਈ ਹੋਵੇ, ਇਹਨਾਂ ਦੇ ਖਿਲਾਫ ਕੇਸ ਬਣਦਾ। ਉਹ ਕਹਿੰਦੇ ਜੀ ਨੇ ਵਿਦੇਸ਼ ਭੱਜਣਾ, ਦਾ ਪਾਸਪੋਰਟ ਰਖਾ ਲਓ। ਅੰਮ੍ਰਿਤਸਰ ਦੇ ਦੁਸਹਿਰੇ ਵਾਲੇ ਹਾਦਸੇ ਤੋਂ ਬਾਅਦ ਅਜੇ ਕੇਸ ਬਣਿਆ ਨਹੀਂ ਅਤੇ ਬਿਕਰਮ ਸਿੰਘ ਮਜੀਠੀਆ ਨੇ ਕਹਿ ਦਿੱਤਾ ਕਿ ਸਿੱਧੂ ਜੋੜੀ ਦੇ ਪਾਸਪੋਰਟ ਰਖਾ ਲਓ, ਇਹਨਾਂ ਵਿਦੇਸ਼ ਭੱਜਣਾ। ਜਿੱਥੇ ਕੋਈ ਮਾੜੀ ਜਿਹੀ ਅਰਜੀ ਦੇ ਦਿੰਦਾ ਕਿ ਨੇ ਵਿਦੇਸ਼ ਚਲੇ ਜਾਣਾ, ਉੱਥੇ ਪਹਿਲੀ ਗੱਲ ਹੁੰਦੀ ਹੈ ਕਿ ਇਹਦਾ ਪਾਸਪੋਰਟ ਰਖਾ ਲਓ ਜੀ, ਅਤੇ ਅਦਾਲਤਾਂ ਕਹਿ ਦਿੰਦੀਆਂ ਪਾਸਪੋਰਟ ਸਰੈਂਡਰ ਕਰ ਦੇ। ਉਹ ਨਾ ਵੀ ਕਹਿਣ ਅਤੇ ਅਜੇ ਤੱਕ ਦਾ ਪ੍ਰੋਸੀਜਰ ਇਹ ਹੈ ਕਿ ਜੇ ਉਹਦੀ ਜ਼ਮਾਨਤ ਹੁੰਦੀ ਆ ਅਤੇ ਉਹਦੇ 'ਚ ਇੱਕ ਮੱਦ ਹੁੰਦੀ ਹੈ ਕਿ ਤੂੰ ਵਿਦੇਸ਼ ਜਾਣ ਤੋਂ ਪਹਿਲਾਂ ਅਦਾਲਤ ਤੋਂ ਪਰਮਿਸ਼ਨ ਲਏਂਗਾ। ਮੈਨੂੰ ਵੀ ਇੱਕ ਕੇਸ ਇੱਦਾਂ ਦਾ ਸੀ ਜਿਹਦੇ ਵਿੱਚ ਕਿਸੇ ਨੇ, ਨਾ ਅਦਾਲਤ ਨੇ ਮੈਨੂੰ ਆਖਿਆ, ਨਾ ਕਿਸੇ ਹੋਰ ਨੇ ਆਖਿਆ, ਪਰ ਮੈਨੂੰ ਕਾਨੂੰਨ ਦੀ ਸਮਝ ਸੀ ਕਿ ਕਾਨੂੰਨੀ ਤੌਰ 'ਤੇ ਮੈਂ ਅਦਾਲਤ ਨੂੰ ਦੱਸੇ ਬਗੈਰ ਬਾਹਰ ਨਹੀਂ ਜਾ ਸਕਦਾ। ਜਦੋਂ ਮੈਂ ਬਾਹਰ ਜਾਣਾ ਸੀ, ਆਪ ਜਾ ਕੇ ਅਦਾਲਤ ਵਿੱਚ ਪੇਸ਼ ਹੋ ਕੇ ਆਖਿਆ ਜੀ ਮੈਂ ਜਾਣਾ ਬਾਹਰ ਅਤੇ ਮੈਨੂੰ ਇੰਨੇ ਦਿਨਾਂ ਵਾਸਤੇ ਪਾਸਪੋਰਟ ਮੇਰੇ ਕੋਲ ਹੈ, ਵੀਜ਼ੇ ਲੱਗੇ ਆ ਅਤੇ ਜਾਣ ਦੀ ਆਗਿਆ ਦਿੱਤੀ ਜਾਵੇ। ਅਤੇ ਸਾਰੇ ਹੈਰਾਨ ਸੀ ਕਿ ਤੇਰੇ 'ਤੇ ਕੋਈ ਪਾਬੰਦੀ ਨਹੀਂ ਲੱਗੀ। ਮੈਂ ਕਿਹਾ ਜਿਹੜੀ ਜ਼ਮਾਨਤ ਹੁੰਦੀ ਹੈ ਨਾ, ਉੱਤੇ ਪਾਬੰਦੀ ਹੁੰਦੀ ਹੈ। ਖੈਰ ਉਹ ਛੋਟਾ ਜਿਹਾ ਕੇਸ ਸੀ, ਮੇਰੇ ਵਿਦੇਸ਼ ਤੋਂ ਆਉਣ ਤੋਂ ਪਹਿਲਾਂ ਖਾਰਜ ਵੀ ਹੋ ਗਿਆ, ਪਰ ਮੈਂ ਕਾਰਵਾਈ ਸਾਰੀ ਕਰਕੇ ਗਿਆ ਸੀ ਜੀ। ਹੁਣ ਇਹ ਜਿੰਨੇ ਵੱਡੇ ਅਫਸਰ ਨੇ, ਜਿੰਨੇ ਵੱਡੇ ਲੀਡਰ ਨੇ, ਮੰਤਰੀ ਅਤੇ ਮੁੱਖ ਮੰਤਰੀ ਨੇ, ਇਹਨਾਂ ਸਾਰਿਆਂ ਦੇ ਉੱਤੇ ਜਿਹੜੇ ਕੇਸ ਬਣੇ ਆ, ਉਹਨਾਂ ਦੇ ਵਾਸਤੇ ਬਾਹਰ ਜਾਣਾ ਪੈਂਦਾ। ਕੈਪਟਨ ਅਮਰਿੰਦਰ ਸਿੰਘ ਨੇ ਇਜ਼ਰਾਈਲ ਜਾਣਾ ਅਤੇ 1 ਹਫ਼ਤਾ ਪਹਿਲਾਂ ਰਿਪੋਰਟ ਆਉਂਦੀ ਆ ਕਿ ਅਦਾਲਤ ਤੋਂ ਪਰਮਿਸ਼ਨ ਮਿਲ ਗਈ ਵਿਦੇਸ਼ ਜਾਣ ਦੀ ਅਤੇ ਉਹਦਾ ਪਾਸਪੋਰਟ ਛਡਾ ਲਿਆ ਗਿਆ ਜ਼ਮਾਨਤ ਦੇ ਕੇ ਜੀ। ਇੱਥੇ ਇੱਕ ਕੇਸ ਇਹੋ ਜਿਹਾ ਆ ਗਿਆ ਕਿ ਸਹੁਰਿਆਂ ਦਾ ਝਗੜਾ ਸੀ। ਉਹ ਝਗੜੇ 'ਚ ਉਸ ਕੁੜੀ ਨੇ ਆਪਣੀ ਨਨਾਣ ਦਾ ਨਾਮ ਹੀ ਲਿਖਾਤਾ। ਨਨਾਣ ਜਿਹੜੀ ਸੀ ਉਹ 에ਅਰ ਹੋਸਟਸ ਸੀ। ਉਹਨੇ ਜਾ ਕੇ ਹਾਈ ਕੋਰਟ 'ਚ ਅਰਜੀ ਦਿੱਤੀ ਕਿ ਮੈਂ 에ਅਰ ਹੋਸਟਸ ਹਾਂ, ਅੱਜ ਮੈਨੂੰ ਦਿੱਲੀ ਤੋਂ ਬੰਗਲੌਰ ਭੇਜਦੇ ਆ, ਭਲਕੇ ਬੰਗਲੌਰ ਤੋਂ ਕਲਕੱਤੇ ਭੇਜਦੇ ਆ, ਪਰਸੋਂ ਕਲਕੱਤੇ ਤੋਂ ਚੇਨਈ ਭੇਜਦੇ ਆ, ਚੌਥ ਮੈਨੂੰ ਚੇਨਈ ਤੋਂ ਅੰਮ੍ਰਿਤਸਰ ਭੇਜ ਦਿੰਦੇ ਆ, ਅਤੇ ਫਿਰ ਆਉਂਦਿਆਂ ਅਚਾਨਕ ਕਹਿੰਦੇ ਆ ਕਿ ਤੇਰੀ ਡਿਊਟੀ ਲੱਗ ਗਈ ਹੈ ਕਤਰ ਅਤੇ ਉੱਥੋਂ ਲੰਡਨ ਜਾਣਾ ਅਤੇ ਫਲਾਣਾ। ਤਾਂ ਮੈਂ ਕਹਿੰਦੀ ਹਾਂ ਜੀ ਮੇਰਾ ਤਾਂ ਪਾਸਪੋਰਟ ਅਦਾਲਤ ਵਿੱਚ ਪਿਆ, ਮੈਨੂੰ ਪਰਮਿਸ਼ਨ ਲੈਣੀ ਪੈਣੀ ਹੈ। ਉਹ ਕਹਿੰਦੇ ਇਹ ਸਾਡਾ ਕੰਮ ਹੈ। ਕਹਿੰਦੀ ਮੇਰੀ ਨੌਕਰੀ ਖਤਰੇ 'ਚ ਪੈਂਦੀ ਹੈ, ਮੈਨੂੰ ਹਰ ਵਾਰੀ ਜੋ ਜਾ ਕੇ ਪਰਮਿਸ਼ਨ ਲੈਣੀ ਪੈਂਦੀ ਆ। ਪੱਕਾ ਪ੍ਰਬੰਧ ਕਰ ਦਿਓ ਕਿ ਅਦਾਲਤ ਮੇਰੀ ਇੱਕੇ ਵਾਰੀ ਜ਼ਮਾਨਤ ਜਿਹੜੀ ਲੈਣੀ ਲੈ ਲੇ, ਪਾਸਪੋਰਟ ਮੈਨੂੰ ਦੇ ਦੇ, ਜਦੋਂ ਡਿਊਟੀ 'ਤੇ ਮੈਨੂੰ ਬਾਹਰ ਜਾਣਾ ਪਵੇ ਮੈਂ ਜਾ ਸਕਾਂ ਜੀ। ਹਾਈ ਕੋਰਟ ਨੇ ਕੇਸ ਵਿਚਾਰਿਆ। ਵਿਚਾਰਨ ਤੋਂ ਬਾਅਦ ਹਾਈ ਕੋਰਟ ਨੇ ਆਖਿਆ ਕਿ 2 ਵੱਖ-ਵੱਖ ਐਕਟ ਨੇ। ਇੱਕ CRP ਹੈ, ਕ੍ਰਿਮੀਨਲ ਪ੍ਰੋਸੀਜਰ ਕੋਡ, ਉਹ ਆਮ ਕਾਨੂੰਨ ਆ, ਹਰ ਨਾਗਰਿਕ 'ਤੇ ਲਾਗੂ ਹੁੰਦਾ। ਇੱਕ ਵਿਸ਼ੇਸ਼ ਕਾਨੂੰਨ ਆ ਪਾਸਪੋਰਟ ਐਕਟ ਜੀ, ਉਹ ਸਿਰਫ ਪਾਸਪੋਰਟਾਂ ਦੇ ਮਾਮਲੇ 'ਚ। ਜਿਹੜਾ ਆਮ ਕਾਨੂੰਨ ਹੈ ਉਹ ਪਾਸਪੋਰਟ ਐਕਟ ਦੇ ਉੱਤੇ ਲਾਗੂ ਨਹੀਂ ਹੋ ਸਕਦਾ ਜੀ। ਪਾਸਪੋਰਟ ਐਕਟ ਵਿੱਚ ਸਾਫ਼ ਲਿਖਿਆ ਕਿ ਕਿਸੇ ਦਾ ਪਾਸਪੋਰਟ ਸਰੈਂਡਰ ਕਰਾਉਣਾ ਜਾਂ ਇੰਪਾਊਂਡ ਕਰਨਾ ਉਹ ਸਿਰਫ ਪਾਸਪੋਰਟ ਅਫਸਰ ਦਾ ਕੰਮ ਹੈ। ਪਰਮਿਸ਼ਨ ਦੇਣਾ ਪਾਸਪੋਰਟ ਅਫਸਰ ਦਾ ਕੰਮ ਹੈ। ਕੋਈ ਅਦਾਲਤ CRPC ਦੇ ਅੰਡਰ ਕਿਸੇ ਦਾ ਪਾਸਪੋਰਟ ਨਹੀਂ ਰਖਾ ਸਕਦੀ,
ਜੇ ਤੁਸੀਂ ਰਖਾਉਂਦੇ ਆ ਗਲਤ ਕਰਦੇ ਆ, ਅੱਗੇ ਤੋਂ ਕਿਸੇ ਦਾ ਨਾਂ ਰਖਾਓ। ਜੀ ਇਹਦਾ ਮਤਲਬ ਕੀ ਆ ਕਿ ਹੇਠਲੀਆਂ ਅਦਾਲਤਾਂ ਜਿਹੜੇ ਪਾਸਪੋਰਟ ਰਖਾ ਰਹੀਆਂ ਨੇ ਉਹ ਗਲਤ ਰਖਾ ਰਹੀਆਂ ਨੇ। ਹਾਈ ਕੋਰਟ ਨੇ ਪ੍ਰੋਸੀਜਰ ਸੈੱਟ ਕਰ ਦਿੱਤਾ ਹੈ। ਜੀ ਹੁਣ ਅੱਗੇ ਤੋਂ ਇਹੋ ਜਿਹੇ ਮਾਮਲੇ 'ਚ ਪਾਸਪੋਰਟ ਆਫਿਸ ਫੈਸਲਾ ਕਰੇਗਾ ਕਿਸੇ ਨੂੰ ਬਾਹਰ ਜਾਣ ਦੀ ਪਰਮਿਸ਼ਨ ਦੇਣੀ ਕਿ ਨਹੀਂ ਦੇਣੀ, ਕਿਸੇ ਦਾ ਪਾਸਪੋਰਟ ਰਖਾਉਣਾ ਕਿ ਨਹੀਂ ਰਖਾਉਣਾ। ਜਿਹੜਾ ਥੱਲੇ ਹਰ ਥਾਂ ਤੇ ਅਦਾਲਤਾਂ ਵਿੱਚ, ਇੱਥੋਂ ਤੱਕ ਥਾਣੇ 'ਚ ਵੀ ਰਖਾਉਣ ਲੱਗ ਪਿਆ, ਜੀ ਉਹ ਕੰਮ ਅੱਗੇ ਤੋਂ ਬੰਦ ਹੋ ਜਾਏ। ਪਰ ਸਾਹਿਬ ਅਗਲੀ ਗੱਲ ਮੈਂ ਪੁੱਛਣੀ ਚਾਹੁੰਦਾ ਤੁਹਾਨੂੰ, ਭਾਰਤੀ ਜਨਤਾ ਪਾਰਟੀ ਦਾ ਤੇ ਜਿਹੜਾ ਨਿਤੀਸ਼ ਕੁਮਾਰ ਦਾ ਸਮਝੌਤਾ ਹੋਇਆ ਸੀ ਪਿਛਲੇ ਦਿਨੀ ਅਚਾਨਕ ਤੋਂ, ਹੁਣ ਕਹਿੰਦੇ ਕਿ ਗੱਲ ਪੱਕ ਠੱਕ ਹੋ ਗਈ ਆ, 20 ਸੀਟਾਂ ਦੇ ਉੱਪਰ ਦੋਵੇਂ ਪਾਰਟੀਆਂ ਲੜਨਗੀਆਂ। ਕੀ ਜਾਪਦਾ ਕਿ ਸਮਝੌਤਾ ਨਿਭਿਆ ਰਹੂਗਾ ਕਿ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਖਲਾਰਾ ਪੈ ਸਕਦਾ? 2014 ਦੀਆਂ ਚੋਣਾਂ ਜਦੋਂ ਹੋਈਆਂ ਨੇ ਜੀ ਉਦੋਂ ਬਿਹਾਰ ਦੀਆਂ 40 ਪਾਰਲੀਮੈਂਟ ਸੀਟਾਂ ਦੇ ਵਿੱਚੋਂ 32 ਸੀਟਾਂ ਭਾਰਤੀ ਜਨਤਾ ਪਾਰਟੀ ਤੇ ਉਹਦਾ ਗੱਠਜੋੜ ਲੈ ਗਿਆ। ਉਹ 'ਚੋਂ 20 ਜਾਂ 22 ਸੀਟਾਂ ਇਕੱਲੀ ਭਾਜਪਾ ਦੀਆਂ ਸੀ। ਜੀ ਰਾਮ ਵਿਲਾਸ ਪਾਸਵਾਨ 4-5 ਲੈ ਗਿਆ ਸੀ, ਇਹ ਸਾਰੇ ਲੈ ਗਏ ਸਨ। ਹੁਣ ਜਦੋਂ ਨਿਤੀਸ਼ ਕੁਮਾਰ ਇਹਨਾਂ ਨਾਲ ਆ ਗਿਆ, ਉਦੋਂ ਉਹ ਵੱਖਰਾ ਲੜਿਆ ਸੀ, ਲਾਲੂ ਪ੍ਰਸਾਦ ਵੱਖਰਾ ਲੜਿਆ ਸੀ। ਜੀ ਫਿਰ ਲਾਲੂ ਪ੍ਰਸਾਦ ਤੇ ਉਹ ਦੋਵੇਂ ਇਕੱਠੇ ਹੋ ਗਏ ਤੇ ਇਕੱਠੇ ਹੋ ਕੇ ਅਸੈਂਬਲੀ ਚੋਣਾਂ 'ਚ ਬੀਜੇਪੀ ਨੂੰ ਹਰਾਤਾ। ਬਾਅਦ ਵਿੱਚ ਉਹ ਲਾਲੂ ਨੂੰ ਛੱਡ ਕੇ ਬੀਜੇਪੀ ਨਾਲ ਜੁੜ ਗਿਆ। ਹੁਣ ਬੀਜੇਪੀ ਨੇ ਉਹਨੇ ਆਖਿਆ ਜੀ ਪੁਰਾਣੀ ਗੱਲ ਛੱਡੋ, ਸੀਟਾਂ ਦੀ ਨਵੀਂ ਵੰਡ ਵੰਡਾਈ ਆਪਾਂ ਕਰਾਂਗੇ। ਬੀਜੇਪੀ ਨੇ ਆਖਿਆ ਆ ਜਾ, ਪਹਿਲਾਂ ਤੇ ਇਹਨਾਂ ਨੇ ਆਖਿਆ ਕਿ ਇੱਦਾਂ ਕਰਦੇ ਹਾਂ, ਤੈਨੂੰ ਅਸੈਂਬਲੀ 'ਚ ਵੱਧ ਕੋਟਾ ਦੇ ਦਿਆਂਗੇ, ਅਸੀਂ 30 ਲੜਦੇ ਹਾਂ, ਤੂੰ 10 ਲੜਦਾ। ਉਹ ਕਹਿੰਦਾ ਫਿਰ ਤਾਂ ਸਮਝੌਤਾ ਕਰਨ ਦਾ ਫਾਇਦਾ ਨਹੀਂ। ਫਿਰ ਇੱਥੇ ਆਏ, ਅਸੀਂ 26 ਲੜਦੇ ਤੂੰ 14 ਲੜਦਾ, ਅਸੀਂ 25 ਲੜਦੇ ਤੂੰ 15 ਲੜ ਲਾ। ਅੰਤ ਨੂੰ ਇਹ ਸਮਝੌਤਾ ਹੋ ਗਿਆ ਕਿ 20 ਅਸੀਂ ਲੜਾਂਗੇ ਤੇ 20 ਤੂੰ ਲੜ ਲਾ। ਇਹਨਾਂ ਨੇ ਤਾਂ 20-20 ਦਾ ਸੌਦਾ ਮਾਰ ਲਿਆ, 20-20 ਕਰ ਲਈ। ਜੀ ਅਗਲਾ ਰਫੜੇ ਪੈ ਗਿਆ ਕਿ ਦੋ ਪਾਰਟੀਆਂ ਉੱਥੇ ਹੋਰ ਨੇ, ਇੱਕ ਤਾਂ ਰਾਮ ਵਿਲਾਸ ਪਾਸਵਾਨ ਦੀ ਅਤੇ ਇੱਕ ਹੋਰ ਹੈ। ਉਹਨਾਂ ਦੋਵਾਂ ਪਾਰਟੀਆਂ ਨੂੰ ਨਾ ਬੀਜੇਪੀ ਨੇ ਪੁੱਛਿਆ ਤੇ ਨਾ ਨਿਤੀਸ਼ ਕੁਮਾਰ ਨੇ ਪੁੱਛਿਆ। ਨਿਤੀਸ਼ ਤੇ ਪਹਿਲਾਂ ਹੀ ਰਾਮ ਵਿਲਾਸ ਪਾਸਵਾਨ ਦੇ ਖਿਲਾਫ ਹੈ ਤੇ ਦੂਜੀ ਪਾਰਟੀ ਦੇ ਵੀ। ਉਹ ਦੋਵੇਂ ਪਾਰਟੀਆਂ ਨੇ ਸਮਝ ਲਿਆ ਕਿ ਸਾਨੂੰ ਇਹਨਾਂ ਛਿੱਲ ਕੇ ਪਾਸੇ ਬਿਠਾਤਾ। ਜਿਹੜਾ ਦੂਸਰੀ ਪਾਰਟੀ ਵਾਲਾ ਲੀਡਰ ਹੈ ਉਹ ਕੇਂਦਰ 'ਚ ਮੰਤਰੀ ਆ ਜੀ ਪਰ ਉਹਨੇ ਸ਼ਾਮ ਨਹੀਂ ਪੈਣ ਦਿੱਤੀ। ਲਾਲੂ ਪ੍ਰਸਾਦ ਦੇ ਮੁੰਡੇ ਤੇਜਸਵੀ ਨੂੰ, ਜਿਹੜਾ ਪਾਰਟੀ ਚਲਾ ਰਿਹਾ, ਉਹਨੂੰ ਜਾ ਕੇ ਮਿਲਿਆ, ਚੋਰੀ ਮੀਟਿੰਗ ਕੀਤੀ ਹੈ, ਗੱਲ ਤਾਂ ਬਾਹਰ ਆ ਗਈ। ਉਹਨੇ ਆਖਿਆ ਜਦੋਂ ਇਹਨਾਂ ਸਾਨੂੰ ਪਾਰਲੀਮੈਂਟ ਸੀਟਾਂ ਨਹੀਂ ਦੇਣੀਆਂ, ਅੱਜ ਮੈਂ ਕੇਂਦਰੀ ਮੰਤਰੀ ਹਾਂ, ਮਹੀਨੇ ਦਾ 6 ਰਹਿ ਗਿਆ, ਜੀ ਫਿਰ ਵੀ ਮੈਂ ਕਿਹੜੇ ਪਾਸੇ ਜਾਣਾ, ਤੇ ਜੇ ਇਹਨਾਂ ਨੇ ਦੇਣਾ ਕੁਛ ਨਹੀਂ ਤੇ ਮੈਂ ਕਾਹਦੇ ਲਈ ਬੈਠਾ ਉੱਥੇ, ਮੈਂ ਤੁਹਾਡੇ ਨਾਲ ਸਮਝੌਤਾ ਕਰੂੰ। ਉਹਦੇ ਤੋਂ ਬੀਜੇਪੀ 'ਚ ਹਲਚਲ ਮੱਚੀ ਹੈ ਕਿ ਬੰਦਾ ਕਿਸ ਚੱਲਿਆ। ਉਧਰ ਰਾਮ ਵਿਲਾਸ ਪਾਸਵਾਨ ਹੈ, ਉਹ ਕਹਿੰਦਾ 7 ਸੀਟਾਂ ਚਾਹੀਦੀਆਂ, ਬੀਜੇਪੀ 3 ਸੀਟਾਂ ਵੀ ਦੇਣ ਨੂੰ ਤਿਆਰ ਨਹੀਂ। ਉਹ ਕਹਿੰਦੇ ਤੇਰੀ ਪਾਰਟੀ ਕਮਜ਼ੋਰ ਹੈ, ਨਾਲੇ ਉਹ ਸਮਝਦੇ ਹੁਣ ਸਾਡਾ ਨਿਤੀਸ਼ ਕੁਮਾਰ ਹੈਗਾ, ਇਹ 7 ਤੋਂ 6 ਤੇ ਆਉਣ ਨੂੰ ਤਿਆਰ ਹੈ। ਅਖੀਰ ਭਾਵੇਂ ਤਿੰਨਾਂ ਦੇ ਉੱਤੇ ਜਾ ਕੇ ਮੰਨ ਜੇ ਕਿ ਇੱਕ ਤਾਂ ਮੇਰਾ ਪੁੱਤਰ ਹੈ ਚਿਰਾਗ ਪਾਸਵਾਨ, ਜੀ ਦੂਜੇ ਵਿਆਹ ਦਾ ਪੁੱਤਰ, ਕਿਉਂਕਿ ਪਹਿਲੇ ਵਿਆਹ ਦੇ ਵਿੱਚੋਂ ਧੀ ਜਵਾਈ ਜਿਹੜੇ ਸੀ ਉਹਨਾਂ ਨਾਲ ਤਾਂ ਲੜਾਈ ਹੋ ਗਈ। ਜੀ ਕਿਉਂਕਿ ਉਹ ਜਿਹੜਾ ਹੈਗਾ ਇਹ ਦੂਜੇ ਵਿਆਹ ਵਾਲਾ ਪੁੱਤਰ ਜੀ ਫਿਲਮ ਸਟਾਰ ਹੈ ਚਿਰਾਗ ਪਾਸਵਾਨ, ਇਹ ਪਹਿਲੇ ਵਿਆਹ ਵਾਲੇ ਜਵਾਈ ਨੂੰ ਉਹਨੇ ਦੱਦੂ ਆ ਗਿਆ ਕਿ ਬੁਲਾਉਂਦਾ। ਉਹ ਕਹਿੰਦਾ ਮੈਂ ਤਾਂ ਉਮਰ 'ਚ ਵੱਡਾ, ਮੈਂ ਤਾਂ ਜੀਜਾ ਲੱਗਦਾ, ਮੈਨੂੰ ਅੱਜ ਤੱਕ ਇਹਨੇ ਜੀਜਾ ਨਹੀਂ ਕਦੇ ਆਖਿਆ, ਤੇ ਜਿੱਦਾਂ ਇਹ ਬੁਲਾਉਂਦਾ ਕਹਿੰਦਾ ਮੈਂ ਬੇਇੱਜ਼ਤੀ ਕਰਾਉਣਾ, ਇਸ ਕਰਕੇ ਮੈਨੂੰ ਇੱਦਾਂ ਬੁਲਾਉਂਦਾ ਕਿ ਇਹ ਅਸੀਂ ਦਲਿਤ ਹਾਂ ਤੇ ਇਹ ਕਿਉਂਕਿ ਨਾਨਕਿਆਂ ਵਾਲੇ ਪਾਸੇ ਉੱਚੀ ਜਾਤੀ ਹੈ। ਇਹ ਵੀ ਉਸ ਟੱਬਰ 'ਚ ਰਫੜ ਹੈ। ਹੁਣ ਰਾਮ ਵਿਲਾਸ ਪਾਸਵਾਨ ਜੇ 3 ਸੀਟਾਂ ਛਡਾਉਂਦਾ, ਇੱਕ ਸੀਟ ਤੇ ਆਪਣੇ ਉਸ ਪੁੱਤਰ ਵਾਸਤੇ ਛਡਾ ਲੂਗਾ, ਫਿਲਮ ਸਟਾਰ ਵਾਸਤੇ, ਇੱਕ ਆਪਣੇ ਵਾਸਤੇ ਜਾਂ ਕਿਸੇ ਹੋਰ ਵਾਸਤੇ। ਰਫੜ ਇਹਨਾਂ ਦਾ ਆਪਸ ਵਿੱਚ ਬੀਜੇਪੀ ਦਾ ਤੇ ਨਿਤੀਸ਼ ਕੁਮਾਰ ਦਾ ਤਾਂ ਪੈਣਾ ਹੀ ਪੈਣਾ। ਇਹ ਵੀ ਹੋ ਸਕਦਾ ਕਿ ਰਾਮ ਵਿਲਾਸ ਇਹਨਾਂ ਨੂੰ ਛੱਡ ਜਾਵੇ ਤੇ ਦੂਜਾ ਬੰਦਾ ਵੀ ਛੱਡ ਜਾਵੇ। ਜੇ ਛੱਡ ਗਏ ਤੇ ਭਾਵੇਂ ਬਿਹਾਰ ਦੇ ਵਿੱਚ ਉਹਨਾਂ ਦੀ 2-3% ਵੋਟ ਹੀ ਹੋਵੇ। ਬੀਜੇਪੀ ਇਸ ਵਾਰੀ 2014 ਵਾਲੀ ਸੌਖੀ ਪੋਜੀਸ਼ਨ 'ਚ ਨਹੀਂ ਗਈ, ਉਹਦੀ ਬਹੁਤੀ ਵਧੀਆ ਪੋਜੀਸ਼ਨ ਨਹੀਂ ਜੀ। ਲੋਕਾਂ 'ਚ ਕਾਫੀ ਵਿਰੋਧ ਉੱਠ ਰਹੇ ਨੇ, ਉਹਨਾਂ ਵਿਰੋਧਾਂ ਦਾ ਕਰਕੇ ਇਸ ਵੇਲੇ 1-1%, ਅੱਧਾ ਪਰਸੈਂਟ ਵੀ ਇਹਨਾਂ ਵਾਸਤੇ ਸਮੱਸਿਆ ਬਣਦਾ ਪਿਆ। ਤੇ ਜੇ ਉਹ ਸਮੱਸਿਆ ਵੱਧ ਗਈ ਤੇ ਉਸ ਸਮੱਸਿਆ 'ਚ ਬਿਹਾਰ ਦੇ ਵਿੱਚ ਸਾਰਾ ਕੁਝ ਪਲਟਾ ਵੀ ਵੱਜ ਸਕਦਾ, ਕਿਉਂਕਿ ਜਿੱਦਣ ਦਾ ਨਿਤੀਸ਼ ਕੁਮਾਰ ਇਹਨਾਂ ਨਾਲ ਜੁੜਿਆ ਉਹਦੇ ਤੋਂ ਬਾਅਦ 2 ਪਾਰਲੀਮੈਂਟ ਸੀਟਾਂ ਤੇ 3 ਅਸੈਂਬਲੀ ਸੀਟਾਂ ਦੀਆਂ ਚੋਣਾਂ ਹੋਈਆਂ ਨੇ, ਉਪ ਚੋਣਾਂ। ਉਹਨਾਂ 'ਚੋਂ ਸਿਰਫ ਇੱਕ ਸੀਟ ਬੀਜੇਪੀ ਨੇ ਜਿੱਤੀ ਹੈ ਜੀ, ਬਾਕੀ ਸਾਰੀਆਂ ਹੀ ਸੀਟਾਂ ਲਾਲੂ ਪ੍ਰਸਾਦ ਦੀ ਪਾਰਟੀ ਜਿੱਤ ਰਹੀ ਹੈ। ਤੇ ਉਦੋਂ ਜਿੱਤ ਰਹੀ ਹੈ ਜਦੋਂ ਲਾਲੂ ਜੇਲ੍ਹ 'ਚ ਬੈਠਾ, ਇਹ ਜਵਾਕਾਂ ਤੋਂ ਵੀ ਹਾਰਦੇ ਜਾਂਦੇ ਨੇ। ਤੇ ਜੇ ਆਹ ਰਫੜ ਵੱਧ ਗਿਆ
ਤੇ ਬੀਜੇਪੀ ਵਾਸਤੇ ਬਹੁਤ ਘਾਟੇ ਬੰਦਾ ਰਹੇਗਾ। ਬਿਲਕੁਲ ਸਹੀ ਗੱਲ। ਸੋ ਦੇਖਿਆ ਤੁਸੀਂ ਕਿ ਇਸ ਵਕਤ ਕਿਵੇਂ ਸਮੀਕਰਨ ਬਦਲ ਰਹੇ ਨੇ ਪਲ ਪਲ ਦੇ ਉੱਪਰ। ਆਪਾਂ ਅਗਲੇ ਹਿੱਸੇ ਦੇ ਵਿੱਚ ਹੋਰ ਨਵਾਂ ਗੱਲਾਂ ਦੇ ਉੱਪਰ ਵਿਚਾਰ ਕਰਾਂਗੇ। ਤੁਸੀਂ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਪਰ ਸਭ ਅਗਲੀ ਗੱਲ ਇੱਕ ਬੜੀ ਥੋੜ੍ਹੀ ਦਿਲਚਸਪ ਲੱਗਦੀ ਹੈ। ਵੈਸੇ ਤਾਂ ਇਸ ਮੁਲਕ ਦਾ ਰੱਬ ਹੀ ਵਾਲੀ ਹੈ ਜੀ, ਪਤਾ ਨਹੀਂ ਜਿਸ ਹਿਸਾਬ ਨਾਲ ਨਿਆਣੇ ਵਧੀ ਜਾਂਦੇ ਆ ਕੋਈ ਰੋਕ ਟੋਕ ਨਹੀਂ ਹੈਗੀ। ਪਰ ਕਾਨੂੰਨ ਕਹਿੰਦੇ ਇੱਕ ਬਣਿਆ ਜਿਹਦੇ 'ਤੇ ਹੁਣ ਇੱਕ ਸੁਪਰੀਮ ਕੋਰਟ ਨੇ ਘੁੰਡੀ ਕੱਢੀ ਹੈ ਕਿ ਵੀ ਜਿੱਥੇ ਜਿੱਥੇ ਵੀ 2 ਬੱਚਿਆਂ ਵਾਲਾ ਕਾਨੂੰਨ ਲਾਗੂ ਹੁੰਦਾ, ਉੱਥੇ ਜਿਹਨੇ ਹੁਣ ਪੰਚਾਇਤੀ ਚੋਣਾਂ ਲੜਨੀਆਂ ਨੇ, ਜੇ ਉਹਦੇ 3 ਜਵਾਕ ਨੇ, ਅਤੇ ਉਹਨੇ ਇਹ ਕਹਿ ਵੀ ਦਿੱਤਾ ਜੀ ਮੇਰਾ ਤਾਂ ਤੀਸਰਾ ਪੁੱਤ ਜਿਹੜਾ ਮੈਂ ਫਲਾਣੇ ਨੂੰ ਗੋਦ ਦੇ ਦਿੱਤਾ ਸੀ, ਉਹਦੇ ਨਾਲ ਬਚਾਅ ਨਹੀਂ ਹੋਣਾ, ਉਹਦੇ 'ਤੇ ਕਾਨੂੰਨ ਲਾਗੂ ਹੋਊਗਾ। ਇਹ ਕੀ ਘੁੰਡੀ ਹੈ? ਦੇਖੋ, ਸਾਡੇ ਪੰਜਾਬ 'ਚ ਅਜੇ ਤੱਕ ਇਹ ਕਾਨੂੰਨ ਲਾਗੂ ਨਹੀਂ ਹੋਇਆ ਜੀ। ਕਈ ਲੋਕ ਮੰਗ ਕਰਦੇ ਆ ਕਿ ਇੱਥੇ ਵੀ ਕਰ ਦਿਓ ਕਿ 2 ਬੱਚਿਆਂ ਤੋਂ ਵੱਧ ਜਿਹਦੇ ਹੋਣ ਉਹ ਚੋਣ ਨਹੀਂ ਲੜ ਸਕੇਗਾ ਜੀ, ਤਾਂ ਕਿ ਆਬਾਦੀ ਕੰਟਰੋਲ ਕੀਤੀ ਜਾ ਸਕੇ। ਜੀ। ਹਰਿਆਣੇ ਵਾਲਿਆਂ ਨੇ ਹੋਰ ਕੀਤਾ ਸੀ, ਉਹਨਾਂ ਆਬਾਦੀ ਵਾਲੀ ਗੱਲ ਨਹੀਂ ਕੀਤੀ। ਉਹਨਾਂ ਨੇ ਇਹ ਫੈਸਲਾ ਕਰ ਦਿੱਤਾ ਸੀ ਕਿ ਪੰਚਾਇਤ ਦਾ ਮੈਂਬਰ ਤੇ ਸਰਪੰਚ ਘੱਟੋ ਘੱਟ 10 ਜਮਾਤਾਂ ਪੜ੍ਹਿਆ ਹੋਣਾ ਚਾਹੀਦਾ। ਉੱਥੇ ਬੜੀ ਕਿਸਮ ਦੇ ਫਰਾਡ ਹਰਿਆਣੇ 'ਚ ਵੀ ਹੋਏ। ਕਈ ਲੋਕ ਤਾਂ ਇਹੋ ਜਿਹੇ ਸੀ ਜਿਨ੍ਹਾਂ ਨੇ ਪਿਛਲੀਆਂ ਤਰੀਕਾਂ 'ਚ ਸਾਡੇ ਮਾਨਸੇ ਤੇ ਬਠਿੰਡੇ ਤੋਂ ਆ ਕੇ ਪ੍ਰਾਈਵੇਟ ਸਕੂਲਾਂ ਤੋਂ ਸਰਟੀਫਿਕੇਟ ਬਣਾ ਲਏ ਕਿ ਮੈਂ ਤਾਂ 10ਵੀਂ ਪਾਸ ਹਾਂ, 10ਵੀਂ ਕੀਤੀ ਹੈ ਜੀ। ਬਾਅਦ ਵਿੱਚ ਸ਼ਿਕਾਇਤਾਂ ਹੋ ਗਈਆਂ, ਇਨਕੁਆਇਰੀ ਸ਼ੁਰੂ ਹੋ ਗਈ। ਸਕੂਲਾਂ ਵਾਲਿਆਂ ਜਦੋਂ ਵੇਖਿਆ ਅਸੀਂ ਫਸਣ ਲੱਗੇ ਹਾਂ, ਉਹ ਕਹਿੰਦੇ ਜੀ ਅਸੀਂ ਸਰਟੀਫਿਕੇਟ ਨਹੀਂ ਦਿੱਤਾ, ਸਾਡੇ ਕੋਲ ਕਦੇ ਆਇਆ ਨਹੀਂ ਬੰਦਾ। ਉਹ ਬੰਦੇ ਫਸਣੇ ਸ਼ੁਰੂ ਹੋ ਗਏ। ਅੱਛਾ, ਉਹਦੇ ਵਿੱਚ ਕੁਝ ਸਕੂਲਾਂ ਵਾਲੇ ਵੀ ਫਸੇ ਫਿਰਦੇ ਨੇ ਜਿਨ੍ਹਾਂ ਨੇ ਮੋਹਰਾਂ ਆਪਣੀਆਂ ਲਾ ਕੇ ਦਿੱਤੀਆਂ, ਦੱਸ ਕੇ ਜਦੋਂ ਫੋਰੈਂਸਿਕ ਲੈਬੋਰਟਰੀ 'ਚ ਟੈਸਟ ਹੋਏ ਤੇ ਇਹਨਾਂ ਦੇ ਨਿਕਲੇ, ਉਹ ਫਸੇ ਫਿਰਦੇ ਨੇ। ਉਹ ਪੰਚ ਸਰਪੰਚ ਵੀ ਕਈ ਰਗੜੇ ਗਏ। ਕਈ ਇਹੋ ਜਿਹੇ ਸੀ ਜਿਹੜਾ ਫਰਜ਼ ਕਰੋ 60 ਸਾਲਾਂ ਦਾ ਸਰਪੰਚ ਹੋ ਗਿਆ, ਘਰ ਵਾਲੀ ਵੀ ਤਾਂ 60 ਦੀ ਹੈ, ਨੇੜੇ ਦੀ 55 ਦੀ ਹੋਵੇਗੀ, ਦੋਵੇਂ ਅਨਪੜ੍ਹ ਨੇ, ਪਰ ਦਾਦੇ ਪੜਦਾਦੇ ਦੇ ਵੇਲੇ ਤੋਂ ਸਰਪੰਚੀ ਆਪਣੇ ਘਰ 'ਚ ਰਹੀ ਹੈ ਤਾਂ ਆਪਾਂ ਛੱਡਣੀ ਨਹੀਂ ਜੀ। ਉਹਨਾਂ ਕੀ ਕੀਤਾ ਕਿ ਵੇਖਿਆ ਰਿਸ਼ਤੇਦਾਰੀ 'ਚ ਕੋਈ ਕੁੜੀ ਵਿਡੋ ਹੈਗੀ ਆ, ਉਹਨੂੰ ਆਖਿਆ ਬੱਚਿਆਂ ਸਮੇਤ ਆ ਜਾ, ਆਪਾਂ ਕਾਗਜ਼ੀ ਵਿਆਹ ਹੀ ਕਰਨਾ, ਆਪਾਂ ਕਿਹੜਾ ਸੱਚੀ ਮੁੱਚੀ ਕਰਨਾ। ਕਾਗਜ਼ਾਂ 'ਚ ਉਹਦੇ ਨਾਲ ਵਿਆਹ ਕਰ ਲਿਆ। ਇਹ ਵੇਖਿਆ 10ਵੀਂ ਪਾਸ ਹੈ, ਚੋਣ ਉਹਨੂੰ ਲੜਾਤੀ, ਸਰਪੰਚ ਨਹੀਂ ਉਹ ਬਣ ਗਈ, ਉਹ ਜਿੱਤ ਗਈ, ਪਰ ਕੰਮ ਉਹੀ ਸਰਪੰਚ ਚਲਾਈ ਗਿਆ ਜਿਹੜਾ ਹੁਣ ਤੱਕ ਚਲਾਉਂਦਾ ਸੀ, ਅਨਪੜ੍ਹ। ਇਹ ਵੀ ਕੰਮ ਹੋਇਆ। ਕੁਝ ਰਾਜਾਂ ਵਿੱਚ 2 ਬੱਚਿਆਂ ਵਾਲੀ ਸ਼ਰਤ ਲਾਗੂ ਕੀਤੀ ਗਈ ਹੈ। ਜਿਹੜਾ ਕੇਸ ਹੁਣ ਸੁਪਰੀਮ ਕੋਰਟ 'ਚ ਆਇਆ ਉਹ ਉੜੀਸਾ ਦਾ। ਉੱਥੇ ਕੀ ਹੈ ਕਿ ਕਈਆਂ ਬੰਦਿਆਂ ਦੇ ਇਸ ਕਰਕੇ ਕਾਗਜ਼ ਰੱਦ ਹੋ ਗਏ ਕਿ ਉਹਨਾਂ ਦੇ 2 ਤੋਂ ਵੱਧ ਬੱਚੇ ਸੀ। ਉਹਨਾਂ ਜਾ ਕੇ ਅਦਾਲਤਾਂ 'ਚ ਕੇਸ ਕਰਤੇ ਕਿ ਕਾਨੂੰਨ ਬਾਅਦ 'ਚ ਬਣਿਆ, ਸਾਡੇ ਬੱਚੇ ਪਹਿਲਾਂ ਦੇ। ਕੁਝ ਲੋਕਾਂ ਨੂੰ ਆਗਿਆ ਮਿਲ ਗਈ ਕਿ ਤੁਸੀਂ ਚੋਣ ਲੜ ਸਕਦੇ ਹੋ, ਪਰ ਕੁਝ ਉਹ ਸੀ ਜਿਨ੍ਹਾਂ ਦੇ ਕਾਨੂੰਨ ਲਾਗੂ ਹੋਣ ਤੋਂ ਵੱਧ ਬੱਚੇ ਹੋਏ ਆ, ਬਾਅਦ ਵੱਧ ਬੱਚੇ ਹੋਏ ਆ, ਉਹ ਨਹੀਂ ਲੜ ਸਕੇ। ਇਹ ਵੀ ਹੈ ਕਿ ਜਿਹੜੇ ਜਿੱਤ ਗਏ, ਜੇ ਜਿੱਤਣ ਤੋਂ ਬਾਅਦ ਉਹਨਾਂ ਦੇ ਘਰ ਤੀਸਰਾ ਬੱਚਾ ਪੈਦਾ ਹੋ ਗਿਆ, ਕਿਸੇ ਨੇ ਜਾ ਕੇ ਸ਼ਿਕਾਇਤ ਕਰਤੀ ਕਿ 2 ਬੱਚਿਆਂ ਵਾਲੀ ਸ਼ਰਤ ਹੈ, ਇਹਨੇ ਉਸ ਸ਼ਰਤ 'ਤੇ ਚੋਣ ਲੜੀ ਸੀ, ਅਦਾਲਤ ਨੇ ਉਹਦੀ ਮੈਂਬਰੀ ਖਾਰਜ ਕਰਤੀ ਹੈ ਕਿ ਇੱਥੇ ਨਵੀਂ ਚੋਣ ਕਰਾਓ, ਇਹ ਬੰਦਾ ਹੁਣ ਮੈਂਬਰ ਨਹੀਂ ਬਣ ਸਕਦਾ ਕਿਉਂਕਿ ਇਹਨੇ ਕਾਨੂੰਨ ਤੋੜਿਆ। ਜੇ ਚੋਣ ਲੜਨ ਲੱਗੇ ਆਖਿਆ ਸੀ ਮੇਰੇ 2 ਬੱਚੇ ਆ ਤੇ ਫਿਰ 2 ਹੀ ਰੱਖਣੇ ਚਾਹੀਦੇ, ਤੀਜਾ ਕਿੱਦਾਂ ਹੋ ਗਿਆ ਜੀ। ਇਹੋ ਜਿਹਾ ਇੱਕ ਕੇਸ ਸੀ ਜਿਹਦੇ 'ਚ ਇੱਕ ਬੰਦੇ ਦੇ ਘਰ ਤੀਸਰਾ ਬੱਚਾ ਪੈਦਾ ਹੋ ਗਿਆ, ਉਹਦੀ ਸ਼ਿਕਾਇਤ ਹੋ ਗਈ, ਤੇ ਸ਼ਿਕਾਇਤ ਤੋਂ ਬਚਣ ਵਾਸਤੇ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਕਾਗਜ਼ ਬਣਾ ਕੇ ਤੇ ਆਖਿਆ ਜੀ ਮੇਰੇ ਪਹਿਲੇ 2 ਬੱਚਿਆਂ 'ਚੋਂ ਇੱਕ ਬੱਚਾ ਮੇਰੇ ਫਲਾਣੇ ਰਿਸ਼ਤੇਦਾਰ ਨੇ ਅਡਾਪਟ ਕਰ ਲਿਆ ਸੀ, ਉਹਨਾਂ ਨੇ ਗੋਦ ਲੈ ਲਿਆ ਸੀ, ਮਤਬਨਾ ਬਣਾ ਲਿਆ ਸੀ, ਸਾਡੇ ਕੋਲ ਇੱਕੋ ਰਹਿ ਗਿਆ ਸੀ, ਅਸੀਂ ਆਖਿਆ ਜੋੜੀ ਬਣ ਜੂਗੀ, ਅਸੀਂ ਤਾਂ ਮੁੜ ਕੇ ਦੂਸਰਾ ਬੱਚਾ ਪੈਦਾ ਕੀਤਾ। ਇਹ ਮਤਲਬ ਕਿੱਦਾਂ ਦੀਆਂ ਕਹਾਣੀਆਂ ਲੋਕ ਘੜਦੇ ਨੇ। ਉਹਦੇ 'ਚ ਫਿਰ ਉਹ ਕੇਸ ਥੱਲਿਓਂ ਹਾਰ ਗਏ, ਉਹਨਾਂ ਜਾ ਕੇ ਹਾਈ ਕੋਰਟ 'ਚ ਕੀਤਾ, ਹਾਈ ਕੋਰਟ 'ਚੋਂ ਜਿੱਤ ਗਏ, ਅੱਗੋਂ ਦੂਸਰੀ ਪਾਰਟੀ ਸੁਪਰੀਮ ਕੋਰਟ ਚਲੀ ਗਈ। ਸੁਪਰੀਮ ਕੋਰਟ ਨੇ ਆਖਿਆ ਜੀ ਭਾਵੇਂ ਉਹ ਬੱਚਾ ਅਡਾਪਟ ਵੀ ਕਿਸੇ ਨੂੰ ਤੁਸੀਂ ਕਰਵਾਤਾ ਹੋਵੇ, ਇਹ ਕੀ ਪਤਾ ਤੀਸਰਾ ਹੋਣ ਤੋਂ ਬਾਅਦ ਤੁਸੀਂ ਪਹਿਲਾਂ 2 'ਚੋਂ ਇੱਕ ਅਡਾਪਟ ਕਰਾਇਆ, ਇੱਕ ਐਫੀਡੇਵਿਟ ਬਣਾਉਣਾ ਝੂਠਾ ਤੁਸੀਂ ਕਰਵਾਤਾ ਹੋਊਗਾ ਜੀ। ਜੇ ਪਹਿਲਾਂ ਵੀ ਕਰਵਾਇਆ ਹੋਵੇ ਤੇ ਬਾਇਓਲੋਜੀਕਲੀ ਤੁਹਾਡੇ 2 ਬੱਚੇ ਪਹਿਲਾਂ ਸੀ, ਤੀਸਰਾ ਬੱਚਾ ਤੁਸੀਂ ਪੈਦਾ ਕੀਤਾ, ਤੁਸੀਂ ਕਾਨੂੰਨ ਦੀ ਉਲੰਘਣਾ ਕੀਤੀ, ਤੁਸੀਂ ਮੈਂਬਰ ਨਹੀਂ ਰਹਿ ਸਕਦੇ, ਮੈਂਬਰੀ ਤੇਰੀ ਰੱਦ ਹੋਵੇਗੀ ਜੀ। ਇਹ ਵੀ ਆ। ਪਰ ਇੱਕ ਹੋਰ ਕੇਸ ਵੀ ਆ, ਉਹਦੇ ਵਿੱਚ ਕਿਸੇ ਦੇ ਘਰ ਇੱਕ ਬੱਚਾ ਸੀ, ਕਾਨੂੰਨ ਦੇ ਮੁਤਾਬਕ 2 ਹੋ ਸਕਦੇ, ਉਹਨੇ ਚੋਣ ਲੜੀ, ਜਿੱਤ ਗਿਆ। ਜਿੱਤਣ ਤੋਂ ਬਾਅਦ ਅਗਲੇ ਸਾਲ ਉਹਦੇ ਘਰ ਜੁੜਵੇਂ ਬੱਚੇ ਪੈਦਾ ਹੋ ਗਏ। ਦੂਜੀ ਪਾਰਟੀ ਨੇ ਸ਼ਿਕਾਇਤ ਕਰ ਦਿੱਤੀ ਕਿ 2 ਬੱਚਿਆਂ ਤੋਂ ਵੱਧ ਹੋ ਨਹੀਂ ਸਕਦੇ, ਇਹਦੇ 3 ਆ, ਤੇ 3 ਬੱਚਿਆਂ ਵਾਲਾ ਜਿਹੜਾ ਇਹ ਤਾਂ ਸਰਪੰਚ ਨਹੀਂ ਰਹਿ ਸਕਦਾ। ਸਾਡੇ ਸਰਪੰਚ ਹੁੰਦਾ, ਉੱਥੇ ਗ੍ਰਾਮ ਪ੍ਰਧਾਨ ਹੁੰਦਾ, ਕਹਿੰਦੇ ਜੀ ਗ੍ਰਾਮ ਪ੍ਰਧਾਨ ਨਹੀਂ ਰਹਿ ਸਕਦਾ,
ਗ੍ਰਾਮ ਦਾ ਮਤਲਬ ਪਿੰਡ ਹੁੰਦਾ, ਜੀ, ਜੀ। ਆਪਣੇ ਵੀ ਇਸੇ ਕਰਕੇ ਪੰਚਾਇਤ ਨੂੰ ਗ੍ਰਾਮ ਪੰਚਾਇਤ ਕਹਿੰਦੇ ਆ। ਜੀ। ਕਹਿੰਦੇ ਜੀ ਗ੍ਰਾਮ ਪ੍ਰਧਾਨ ਨਹੀਂ ਰਹਿ ਸਕਦਾ। ਉੱਥੇ ਅਦਾਲਤ ਵਿੱਚ ਕੇਸ ਚਲਾ ਗਿਆ, ਅਦਾਲਤ ਨੇ ਆਖਿਆ ਇਹ ਅਪਲਾਈ ਇੱਥੇ ਨਹੀਂ ਹੁੰਦਾ, ਹੂੰ। ਕਿਉਂਕਿ ਨਾ ਦੂਸਰੇ ਬੱਚੇ ਵਾਸਤੇ ਕੋਸ਼ਿਸ਼ ਕੀਤੀ, ਜੇ ਇਕੱਠੇ 2 ਹੋ ਗਏ ਆ ਤੇ ਕੁਦਰਤੀ ਤੌਰ ਤੇ ਹੋ ਗਏ, ਇਹਨਾਂ ਤਾਂ ਨਹੀਂ ਕੀਤੇ। ਹੂੰ। ਜੇ ਇਕੱਠੇ 3 ਵੀ ਹੋ ਜਾਣ ਤੇ ਉਹ ਪ੍ਰਵਾਨ ਹੈ, ਕਿਉਂਕਿ ਪਹਿਲਾਂ 1 ਸੀ। ਇਹਨਾਂ ਨੇ 1 ਵਾਸਤੇ ਯਤਨ ਕੀਤਾ। ਹੂੰ। ਇਹ ਜਿਹੜੇ ਵੱਧ ਹੋ ਗਏ ਆ, ਇਹ ਕੁਦਰਤੀ ਚੱਕਰ ਹੈ, ਇਹਦੇ 'ਚ ਕੁਝ ਨਹੀਂ ਕੀਤਾ ਜਾ ਸਕਦਾ, ਇੱਥੇ ਉਹਦੀ ਮੈਮਰੀ ਨਹੀਂ ਖਾਰਜ ਕੀਤੀ ਜਾ ਸਕਦੀ। ਪਰ ਜੇ ਇਹ ਹੈਗੇ ਆ ਵੀ 2 ਪਹਿਲਾਂ ਹੀ ਹੈਗੇ ਆ ਤੇ ਮੁੜ ਕੇ ਭਾਵੇਂ 1 ਹੋਵੇ ਭਾਵੇਂ ਜੁੜਵੇਂ ਹੋ ਜਾਣ, ਫਿਰ ਮੈਮਰੀ ਖਾਰਜ ਹੋਏਗੀ। ਵੈਸੇ ਪੰਨੂ ਸਾਹਿਬ, ਜਿਹੋ ਜਿਹਾ ਸਮਾਂ ਮੁਲਕ ਦਾ ਚੱਲਣ ਡਿਆ, ਹੁਣ ਤਾਂ ਡੇਢ ਅਰਬ ਨੂੰ ਪਹੁੰਚਣ ਵਾਲੇ ਆਪਾਂ, ਸਰਕਾਰਾਂ ਸੋਚਦੀਆਂ ਕਿਉਂ ਨਹੀਂ, ਪਤਾ ਨਹੀਂ ਕਿਉਂ। ਕਿਉਂ ਸਰਕਾਰਾਂ ਕੀ ਸੋਚਣੀਆਂ, ਥੱਲੇ ਵਾਸਤੇ ਹੋਰ ਕਾਨੂੰਨ ਹੈ, ਉੱਪਰ ਵਾਸਤੇ ਹੋਰ ਕਾਨੂੰਨ ਹੈ। ਹੂੰ। ਸਾਡੇ ਪੰਚਾਇਤਾਂ 'ਚ ਕਾਨੂੰਨ ਨੇ, ਪਾਰਲੀਮੈਂਟ ਤੇ ਲਾਗੂ ਕਿਉਂ ਨਹੀਂ ਹੁੰਦੇ? ਬਿਲਕੁਲ ਜੀ। ਲਾਲੂ ਪ੍ਰਸਾਦ ਦੇ 9 ਬੱਚੇ ਸੀ ਹੂੰ। ਤੇ ਉਹਨੂੰ ਪੁੱਛਿਆ ਗਿਆ ਵੀ ਲਾਲੂ ਜੀ ਤੁਹਾਡੇ 9 ਬੱਚੇ ਕਿਉਂ? ਕਹਿੰਦਾ ਮੇਰੇ ਤੋਂ ਪਹਿਲਾਂ ਉੱਥੇ ਜਗਨਨਾਥ ਮਿਸ਼ਰਾ ਹੁੰਦਾ ਸੀਗਾ ਮੁੱਖ ਮੰਤਰੀ, ਹੂੰ। ਤੇ ਮੇਰੀ ਉਹਦੇ ਨਾਲ ਲੜਾਈ ਸੀ, ਤੇ ਉਹਨੇ ਆਖਿਆ ਸੀ ਤੂੰ ਮੇਰਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਮੈਂ ਆਖਿਆ ਹਰ ਖੇਤਰ 'ਚ ਤੇਰਾ ਮੁਕਾਬਲਾ ਕਰੂੰ। ਉਹਨੇ ਆਖਿਆ ਕਿੱਦਾਂ ਕਰੇਂਗਾ? ਤੇ ਕਹਿੰਦਾ ਮੈਂ ਪਹਿਲੀ ਸ਼ਰਤ ਹਿੱਕ ਦੇ ਹੱਥ ਮਾਰ ਕੇ ਆਖਿਆ ਤੇਰੇ 7 ਬੱਚੇ ਆ, ਮੈਂ 9 ਪੈਦਾ ਕਰੂੰਗਾ। ਇਹ ਹਿੰਦੁਸਤਾਨ ਹੈ। ਅੱਛਾ, ਉਹ ਮੁੱਖ ਮੰਤਰੀ ਸੀ ਜੀ। 7 ਵਾਲਾ, ਇਹ ਉਸ ਤੋਂ ਬਾਅਦ 9 ਵਾਲਾ ਬਣ ਗਿਆ, ਫਿਰ ਇਹ 9 ਵਾਲਾ ਰੇਲ ਮੰਤਰੀ ਬਣ ਗਿਆ। ਦੱਸ। ਹੁਣ ਉਹ 9 ਦੇ ਹਿਸਾਬ ਨਾਲ ਨਰਿੰਦਰ ਮੋਦੀ ਨੂੰ ਕਹਿੰਦਾ ਜੀ 9 ਤੇ 27 ਲੱਖ ਉਹਨਾਂ ਦੇ, 2 ਸਾਡੇ ਦੋਵਾਂ ਦੇ, 6 ਲੱਖ ਉਹ ਪਾ ਦਿਓ, ਸਾਨੂੰ ਤੁਸੀਂ ਇਦਾਂ ਕਰੋ 11 ਦੇ ਹਿਸਾਬ ਨਾਲ 33 ਲੱਖ ਰੁਪਈਆ ਦਿਓ, ਅਸੀਂ ਤੁਸੀਂ ਸਾਡਾ ਦੇਣਦਾਰ ਹੈ। ਚਲੋ ਆਪਾਂ ਹੁਣ ਇੱਕ ਆਖਰੀ ਗੱਲ ਕਰ ਲਈਏ। ਜਿਹੜੇ ਆਪਣੇ ਭਾਰਤੀ ਲੋਕ ਅਮਰੀਕਾ 'ਚ ਰਹਿੰਦੇ ਨੇ, ਉਹਨਾਂ ਦੇ ਨਾਲ ਟਰੰਪ ਸਾਹਿਬ ਨੇ ਬੜੀ ਹਮਦਰਦੀ ਜ਼ਾਹਰ ਕੀਤੀ ਹੈ। ਕਹਿੰਦੇ ਜਿਨ੍ਹਾਂ ਦੇ ਬੜੇ ਦਿਰ ਦੇ ਗ੍ਰੀਨ ਕਾਰਡ ਫਸੇ ਨੇ, ਉਹਨਾਂ ਦੇ ਨਾਲ ਮੈਨੂੰ ਬੜੀ ਹਮਦਰਦੀ ਆ। ਇਹ ਹਮਦਰਦੀ ਆ ਤਾਂ ਐਂ ਕਰ ਰਿਹਾ ਵੀ ਜਿੱਦਾਂ ਉਹਨਾਂ ਦੇ ਹੱਥ ਫਸ ਕੁਛ ਨਹੀਂ ਹੁੰਦਾ। ਜੇ ਹਮਦਰਦੀ ਆ ਤਾਂ ਦੇ ਦੇਣ ਗ੍ਰੀਨ ਕਾਰਡ। ਇਹ ਰੌਲਾ ਕੀ ਹੈ? ਨਹੀਂ, ਉਹ ਗ੍ਰੀਨ ਕਾਰਡਾਂ ਦਾ ਪ੍ਰੋਸੀਜਰ ਹੈ, ਇਹ ਹੁੰਦਾ ਕਿ 1 ਸਾਲ 'ਚ ਇੰਨੇ ਦਿਨ, ਇਹ ਤੋਂ ਵੱਧ ਨਹੀਂ। ਦੂਜਾ, ਉਹਨਾਂ ਸਾਰਿਆਂ ਦੀ ਪੁਣਛਾਣ ਕਾਫੀ ਲੰਬਾ ਚੌੜਾ ਪ੍ਰੋਸੈਸ ਹੁੰਦਾ ਜੀ। ਇਹ ਉਹ ਲੋਕ ਨੇ ਜਿਹੜੇ ਪ੍ਰੋਫੈਸ਼ਨਲ ਨੇ, ਜਿਨ੍ਹਾਂ ਦੇ ਕੋਲ ਬਹੁਤ ਉੱਚੀ ਯੋਗਤਾ, ਇੱਥੋਂ ਗਏ ਡਿਗਰੀਆਂ ਕਰਕੇ, ਉੱਥੇ ਜਾ ਕੇ ਕੰਪਨੀਆਂ 'ਚ ਕੰਮ ਕਰਦੇ ਪਏ ਨੇ, ਵੱਖ-ਵੱਖ ਥਾਵਾਂ ਤੇ ਸੈੱਟ ਨੇ। ਉਹ ਲੋਕ ਜਿਹੜੇ ਆ, ਉਹਨਾਂ ਦੇ ਸਵਾਲ ਦੇ ਉੱਤੇ ਕਾਫੀ ਅੜਚਣ ਆ ਰਹੀ ਆ ਕਿ ਜਿੰਨੇ ਲੋਕ ਸੱਦ ਲਏ ਆ, ਉਹਨਾਂ ਸਾਰਿਆਂ ਨੂੰ ਉੱਥੇ ਪੱਕੇ ਵੀਜ਼ੇ ਦਿੱਤੇ ਆ, PR ਹੈਗੀ, ਪਰਮਾਨੈਂਟ ਸਟੇ ਆ, ਪਰ ਅੱਗੋਂ ਗ੍ਰੀਨ ਕਾਰਡ ਜਿਹੜੇ ਆ, ਗ੍ਰੀਨ ਕਾਰਡ ਦੇ ਨਾਲ ਫਿਰ ਜਿਹੜਾ ਉੱਥੇ ਸਿਟੀਜ਼ਨਸ਼ਿਪ ਕੋਈ ਕਈ ਕੁਛ ਸਮੱਸਿਆਵਾਂ ਸਾਰੀਆਂ ਨੇ, ਉਹਨਾਂ 'ਚ ਟਾਈਮ ਲੱਗਦਾ ਪਿਆ। ਹੁਣ ਡੋਨਲਡ ਟਰੰਪ ਅਜੇ ਤੱਕ ਤਾਂ ਕਹਿੰਦਾ ਸੀ ਅਸੀਂ ਬਾਹਰੋਂ ਭਾਰਤੀ ਪ੍ਰੋਫੈਸ਼ਨਲ ਆਉਣ ਨਹੀਂ ਦੇਣੇ, ਫਿਰ ਲੱਗ ਪਿਆ ਕਹਿਣ ਕਿ ਭਾਰਤੀ ਪ੍ਰੋਫੈਸ਼ਨਲ ਜਿਹੜੇ ਪ੍ਰੋਫੈਸ਼ਨਲ ਲੋਕ ਆਉਂਦੇ ਆ, ਜਿਹੜੇ ਯੋਗਤਾ ਵਾਲੇ, ਉਹਨਾਂ ਨੂੰ ਅਸੀਂ ਵੈਲਕਮ ਕਰਾਂਗੇ। ਉਹਨੇ ਚਿਰ ਉਹਨੇ ਕਹਿ ਦਿੱਤਾ ਕਿ ਮੈਕਸੀਕੋ ਰਾਹੀਂ ਨਜਾਇਜ਼ ਪ੍ਰਵਾਸੀ ਬਹੁਤ ਆ ਰਹੇ ਆ, ਇਹ ਬਾਕੀ ਦੇਸ਼ਾਂ ਤੋਂ ਵੀ ਆਉਂਦੇ ਆ, ਪਰ ਏਸ਼ੀਆ ਤੋਂ ਬਹੁਤ ਆਉਂਦੇ ਆ। ਸਾਡੇ ਭਾਰਤੀਆਂ ਨੂੰ ਵੀ ਚੁੱਕ ਕੇ ਜੇਲ੍ਹਾਂ 'ਚ ਰੱਖਤਾ, ਫਿਰ ਜੇਲ੍ਹਾਂ 'ਚ ਕੰਮ ਹੋਰ ਕੀਤਾ। ਮਾਂ-ਬਾਪ ਕਿਸੇ ਥਾਂ ਤੇ, ਬੱਚੇ ਕਿਸੇ ਥਾਂ ਤੇ। ਮਾਂ-ਬਾਪ ਵਿੱਚੋਂ ਵੀ ਮਾਂ ਨੂੰ ਔਰਤਾਂ ਦੀ ਜੇਲ੍ਹ 'ਚ, ਬਾਪ ਨੂੰ ਬੰਦਿਆਂ ਦੀ ਜੇਲ੍ਹ 'ਚ, ਤੇ ਬੱਚੇ ਦੋਵਾਂ ਤੋਂ ਨਿਖੇੜ ਕੇ ਔਰਤਾਂ। ਉੱਥੋਂ ਦੀਆਂ ਜਿਹੜੀਆਂ ਫੈਡਰਲ ਕੋਰਟਸ ਨੇ, ਉਹਨਾਂ ਦੇ ਵਿੱਚ ਵੀ ਮਸਲਾ ਗਿਆ। ਪਹਿਲਾਂ ਟਰੰਪ ਮੰਨਣ ਨੂੰ ਤਿਆਰ ਨਹੀਂ ਸੀ, ਫਿਰ ਮੰਨਿਆ ਕਿ ਬੱਚਿਆਂ ਨੂੰ ਮਿਲਾ ਦਿੰਦੇ, ਮਿਲਾਇਆ ਤੇ ਮਿਲਾ ਕੇ ਫਿਰ ਵਾਪਸ ਦੇ ਉੱਤੇ ਕਹਿੰਦਾ ਮੈਂ ਇਹ ਆਖਿਆ ਸੀ ਮਿਲਾ ਦਿੰਦੇ, ਇਹ ਥੋੜ੍ਹਾ ਆਖਿਆ ਇਕੱਠੇ ਰੱਖਾਂਗੇ। ਉਹ ਮਾਮਲਾ ਫਿਰ ਕੋਰਟ 'ਚ ਗਿਆ, ਉਹਨਾਂ ਬਾਰੇ ਉਹ ਜ਼ਿਆਦਾ ਸਖਤੀ ਕਰ ਰਿਹਾ। ਹੁਣ ਜਦੋਂ ਉਹ ਇਹ ਕਹਿੰਦਾ ਕਿ ਮੈਨੂੰ ਇਹਨਾਂ ਨਾਲ ਬੜੀ ਹਮਦਰਦੀ ਆ, ਜਿਨ੍ਹਾਂ ਦੇ ਗ੍ਰੀਨ ਕਾਰਡ ਬੜੇ ਚਿਰ ਦੇ ਰੁਕੇ ਪਏ ਆ ਤੇ ਅਜੇ ਤੱਕ ਮਿਲ ਨਹੀਂ ਰਿਹਾ, ਇਹ ਅਧੂਰਾ ਸੈਂਟੈਂਸ ਹੈ, ਅੱਧਾ। ਪੂਰਾ ਕੀ ਹੈ? ਆਹ ਦੇਖ ਲਓ ਜਿਹੜੇ ਨਜਾਇਜ਼ ਆਉਂਦੇ ਪਏ, ਉਹਨਾਂ ਦਾ ਕਰਕੇ ਤੁਹਾਡੇ ਰੁਕੇ ਪਏ ਆ। ਤੁਸੀਂ ਵੀ ਭਾਰਤ ਤੋਂ ਆਏ, ਉਹ ਵੀ ਭਾਰਤ ਤੋਂ ਆਏ, ਤੁਸੀਂ ਕਾਨੂੰਨੀ ਢੰਗ ਨਾਲ ਆਏ ਆ, ਤੁਹਾਡੇ ਰੁਕੇ ਪਏ ਆ। ਉਹ ਬੰਦੇ ਨਜਾਇਜ਼ ਤਰੀਕੇ ਨਾਲ ਆਉਂਦੇ ਆ, ਆਉਂਦੇ ਸਾਰੇ ਕਹਿੰਦੇ ਜੀ ਅਸੀਂ ਸ਼ਰਨਾਰਥੀ, ਇੰਨੀ ਗੱਲ ਕਹਿਣ ਨਾਲ ਉਹ ਇੱਥੇ ਪੱਕੇ ਹੋ ਜਾਂਦੇ ਆ, ਤੇ ਤੁਹਾਨੂੰ ਇੰਨੇ ਸਾਲ ਰਹਿਣਾ ਪੈਂਦਾ। ਤੁਹਾਨੂੰ ਸਾਰਿਆਂ ਨੂੰ ਉਹਨਾਂ ਦਾ ਵਿਰੋਧ ਕਰਨਾ ਚਾਹੀਦਾ। ਯਾਨੀ ਜਿਹੜਾ ਵਿਰੋਧ ਹੁਣ ਤੱਕ ਆਪ ਕਰਦਾ ਸੀ, ਆਪਣੀ ਸਰਕਾਰ ਦੇ ਮਹਿਕਮਿਆਂ ਤੋਂ ਕਰਾਉਂਦਾ ਸੀ, ਆਪਣੇ ਦੇਸ਼ ਦੇ ਲੋਕਾਂ ਨੂੰ ਉਹਨਾਂ ਦੇ ਖਿਲਾਫ ਉਕਸਾਉਂਦਾ ਸੀ, ਔਰ ਲੜਾਈ ਤੱਕ ਦਾ ਮਾਹੌਲ ਇਹਨੇ ਬਣਾ ਦਿੱਤਾ ਸੀ। ਉਸ ਲੜਾਈ 'ਚ ਹੁਣ ਆਪਣੇ ਜਿਹੜੇ ਅਮਰੀਕਨ ਲੋਕ ਹੈ, ਉਹਨਾਂ ਨੂੰ ਪਿੱਛੇ ਕਰਕੇ ਜਿਹੜੇ ਭਾਰਤੀ ਪ੍ਰੋਫੈਸ਼ਨਲ ਨੇ ਤੇ ਹੋਰ ਆ, ਉਹਨਾਂ ਸਾਰਿਆਂ ਨੂੰ ਉਹਨਾਂ ਦੇ ਅੱਗੇ ਇੱਕ ਵਾਰਡ ਕਰਕੇ, ਇੱਕ ਕੰਧ ਕਰਕੇ ਖੜੇ ਕਰਨ ਲੱਗਾ, ਇੱਕ ਹਿਊਮਨ ਚੇਨ ਬਣਾਉਣ ਲੱਗਾ ਕਿ ਤੁਸੀਂ ਉਹਨਾਂ ਨੂੰ ਰੋਕੋ, ਤੁਹਾਨੂੰ ਵੀਜ਼ੇ ਫਿਰ ਮਿਲਣੇ ਆ, ਤੁਹਾਡੇ ਗ੍ਰੀਨ ਕਾਰਡ ਫਿਰ ਕਲੀਅਰ ਹੋਣੇ ਆ। ਇੱਕ ਬੜੀ ਖਤਰਨਾਕ ਖੇਡ ਉਹ ਖੇਡਦਾ ਪਿਆ। ਵੇਖਣ ਨੂੰ ਉਹ ਬੰਦਾ ਬੜਾ ਇੱਦਾਂ ਦਾ ਜਾਪਦਾ ਸੀ ਜਿਵੇਂ ਬਹੁਤਾ ਕੁਝ ਨਹੀਂ ਜਾਣਦਾ ਤੇ ਕਾਰੋਬਾਰੀ ਹੈ, ਦੁਕਾਨਦਾਰੀ ਕਰਨ ਵਾਲਾ। ਪਰ ਜਦੋਂ ਦਾ ਉਹ ਆਇਆ, ਹਰ ਮਾਮਲੇ 'ਚ ਹੀ ਇੱਦਾਂ ਦੀ ਤਿਕੜਮਬਾਜ਼ੀ ਕਰਦਾ ਪਿਆ ਕਿ ਜੇ ਇੱਦਾਂ ਦੀਆਂ ਤਿਕੜਮਾਂ ਕਰਦਾ ਰਿਹਾ, ਮਨੁੱਖੀ ਅਧਿਕਾਰਾਂ ਵਾਲੇ ਕੁਝ ਕਹੀ ਜਾਣ। ਜਿਹੜਾ ਆਮ ਅਮਰੀਕਨ ਉੱਥੇ ਬੈਠਾ, ਜੇ ਉਹਨੂੰ
ਇਸੇ ਗੱਲ ਦੇ ਉੱਤੇ ਟੁੰਬ ਲਿਆ ਜਾਵੇ ਕਿ ਅਮਰੀਕਾ ਫਸਟ, ਉਹ ਹਰ ਵਾਰੀ ਕਹਿੰਦਾ ਅਮਰੀਕਾ ਫਸਟ, ਕਿ ਆਪਾਂ ਅਮਰੀਕਾ ਵਾਲੇ ਪਹਿਲਾਂ, ਅਮਰੀਕਾ ਤੋਂ ਬਾਹਰੋਂ ਜਿਹੜੇ ਆਉਂਦੇ ਆ ਉਹ ਬਾਅਦ 'ਚ। ਜੇ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਇਸ ਤਰ੍ਹਾਂ ਚੁੱਕ ਦਿੱਤੀਆਂ ਜਾਣ, ਜੇ ਉੱਥੇ ਗਏ ਭਾਰਤੀਆਂ ਨੂੰ ਕਹਿਤਾ ਜਾਵੇ ਤੁਹਾਡੇ ਕਾਨੂੰਨੀ ਇਸ ਕਰਕੇ ਰੁਕੇ ਆ ਕਿਉਂਕਿ ਆ ਗੈਰ ਕਾਨੂੰਨੀ ਆ ਗਏ ਨੇ, ਤੁਸੀਂ ਇਹਨਾਂ ਦਾ ਵਿਰੋਧ ਕਰੋ। ਇਸ ਤਰੀਕੇ ਨਾਲ ਉਹ ਇਸ ਖਤਰਨਾਕ ਖੇਡ ਦੇ ਵਿੱਚ ਭਾਰਤੀਆਂ ਨੂੰ ਭਾਰਤੀਆਂ ਨਾਲ, ਦੂਜੇ ਦੇਸ਼ਾਂ ਵਾਲਿਆਂ ਨੂੰ ਉਹਨਾਂ ਦੇ ਆਪਣੇ ਦੇਸ਼ਾਂ ਵਾਲਿਆਂ ਨਾਲ ਇੱਕ ਕਿਸਮ ਦਾ ਇੱਕ ਨਵਾਂ ਮੋਰਚਾ ਖੁਲਾ ਕੇ ਲੜਾਉਣ ਲੱਗਾ, ਜਿਹਦੇ 'ਚ ਆਪ ਪਾਸੇ ਬੈਠ ਕੇ ਤਮਾਸ਼ਾ ਵੇਖੂਗਾ, ਫਿਰ ਫੈਸਲਾ ਕਰੂਗਾ ਕੀ ਕਰਨਾ ਕੀ ਨਹੀਂ ਕਰਨਾ। ਬਿਲਕੁਲ ਸਹੀ। ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਵੀ ਗੋਰਾ ਬੜਾ ਚਲਾਕ ਆ। ਤੁਸੀਂ ਮੈਨੂੰ ਸਾਰਾ ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਹੀ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਵੀ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ। ਪ੍ਰਾਈਮ ਏਸ਼ੀਆ ਟੀਵੀ ਨੂੰ ਪਿਆਰ ਮੁਹੱਬਤ ਕਰਨ ਲਈ ਬਹੁਤ ਧੰਨਵਾਦ। ਫਿਲਹਾਲ ਦਿਓ ਇਜਾਜ਼ਤ। ਗੁਰਪ੍ਰੀਤ ਸੰਧਾਵਾਲੀਆ ਨੂੰ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। UK ਸਮੇਤ ਪੂਰੇ ਯੂਰਪ 'ਚ ਵਸਦੇ ਪੰਜਾਬੀ ਬ੍ਰਿਟ ਏਸ਼ੀਆ ਟੀਵੀ ਦੇ ਨਾਲ ਹੁਣ ਪ੍ਰਾਈਮ ਏਸ਼ੀਆ ਟੀਵੀ ਦੇ ਵਰਲਡ ਫੇਮਸ ਪੰਜਾਬੀ ਸ਼ੋਜ਼ ਵੀ ਦੇਖ ਸਕਦੇ ਨੇ, ਜਿਵੇਂ ਪ੍ਰਾਈਮ ਡਿਸਕਸ਼ਨ, ਖਬਰ ਦੀ ਖਬਰ, ਜੱਜ ਦਾ ਵਿਚਾਰ, ਪ੍ਰਾਈਮ ਫੋਕਸ, ਪ੍ਰਾਈਮ ਵੂਮਨ, ਪ੍ਰਾਈਮ ਟਾਈਮ, ਪ੍ਰਾਈਮ ਜ਼ਿੰਦਗੀ, ਪ੍ਰਾਈਮ ਚਰਚਾ, ਪ੍ਰਾਈਮ ਨਿਊਜ਼ ਤੇ ਹੋਰ ਵੀ ਬਹੁਤ ਸਾਰੇ ਸ਼ੋਜ਼। ਸੋ 50 ਦੇ ਕਰੀਬ ਦੇਸ਼ਾਂ 'ਚ ਵਸਦੇ ਪੰਜਾਬੀਆਂ ਦੇ ਟੀਵੀ ਸੈਟਸ ਤੇ ਸਕਾਈ ਟੀਵੀ ਚੈਨਲ 743, ਵਰਜਨ ਟੀਵੀ ਚੈਨਲ 840, ਪ੍ਰੀਵਿਊ ਚੈਨਲ ਨੰਬਰ 264 ਤੇ ਬ੍ਰਿਟ ਏਸ਼ੀਆ ਟੀਵੀ ਹੈ ਜਿੱਥੇ, ਪ੍ਰਾਈਮ ਏਸ਼ੀਆ ਟੀਵੀ ਹੈ ਉੱਥੇ।